ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਏਸੀ ਹਾਲ ਦੇ ਵਿੱਚ ਜਾਂ ਕਿਸੇ ਵਧੀਆ ਸਟੂਡੀਓ 'ਚ, ਪਰ ਅੱਜ ਤੁਸੀਂ ਇੱਕ ਇਹੋ ਜਿਹੀ ਜਗ੍ਹਾ ਤੇ ਪਹੁੰਚੇ ਹੋ ਜਿੱਥੇ ਪਹੁੰਚਣਾ ਮੁਸ਼ਕਿਲ ਹੈ, ਗੱਡੀਆਂ ਦਾ ਪਹੁੰਚਣਾ ਮੁਸ਼ਕਿਲ ਹੈ। ਪਹਾੜਾਂ ਦੇ ਵਿੱਚ ਆਪਾਂ ਬੈਠੇ ਹਾਂ। ਜਿਸ ਤਰ੍ਹਾਂ ਮੈਂ ਬੋਲਦਿਆਂ ਕਿਹਾ ਸੀ ਇਲੈਕਸ਼ਨ ਦੌਰਾਨ ਵੀ, ਜਦੋਂ ਅਰਵਿੰਦ ਕੇਜਰੀਵਾਲ ਜੀ ਤੇ ਅਸੀਂ ਸਾਰੇ ਗਰੰਟੀਆਂ ਦੇ ਰਹੇ ਸੀ, ਲੋਕਾਂ ਨਾਲ ਵਾਅਦੇ ਕਰ ਰਹੇ ਸੀ ਕਿ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਲੋਕਾਂ ਦੇ ਪੈਸੇ ਦਾ ਹਿਸਾਬ ਲਵਾਂਗੇ। ਅੱਜ ਉਹਦਾ ਇੱਕ ਛੋਟਾ ਜਿਹਾ ਯੋਗਦਾਨ ਜਿਹੜਾ ਹੈ ਉਹ ਪੈਣ ਲੱਗਿਆ ਖਜ਼ਾਨੇ 'ਚ। ਸਾਨੂੰ ਪੁੱਛਦੇ ਸੀ ਅਕਸਰ ਵਿਰੋਧੀ ਪਾਰਟੀਆਂ ਵਾਲੇ, ਪੈਸਾ ਕਿੱਥੋਂ ਆਊਗਾ, ਫਲਾਨੀ ਸਕੀਮ ਵਾਸਤੇ ਪੈਸਾ ਕਿੱਥੋਂ ਆਊਗਾ। ਮੈਂ ਉਹਨਾਂ ਨੂੰ ਕਹਿੰਦਾ ਸੀ ਪੈਸਾ ਇੱਥੇ ਪਿਆ, ਬਸ ਲੱਭਣ ਵਾਲਾ। ਮੈਂ ਉਹਨਾਂ ਨੂੰ ਇਹ ਵੀ ਕਹਿੰਦਾ ਸੀ ਪੈਸਾ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ 'ਚ ਪਿਆ, ਬਹੁਤ ਪੈਸਾ। ਤੇ ਆਪਾਂ ਇਸ ਵਕਤ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ 'ਚ ਬੈਠੇ ਹਾਂ। ਇਹ ਜੜ੍ਹਾਂ ਬਹੁਤ ਡੂੰਘੀਆਂ ਨੇ, ਇਹਦੇ ਤਣੇ ਇੱਧਰ ਵੀ ਜਾਂਦੇ ਆ, ਇੱਧਰ ਵੀ ਜਾਂਦੇ ਆ, ਉਹ ਵੀ ਲੱਭਾਂਗੇ। ਅੱਜ ਇੱਥੇ ਪੰਚਾਇਤ ਦੀ ਜ਼ਮੀਨ ਜਿਹੜੀ ਆਪਣੇ ਨਾਂ ਕਰਵਾ ਲਈ ਗਈ, ਰਸੂਖਦਾਰ ਬੰਦਿਆਂ ਨੇ, ਕੋਰਟ ਦਾ ਜਿਹੜਾ ਫੈਸਲਾ ਹੈ ਉਹ ਸਰਕਾਰ ਦੇ ਹੱਕ 'ਚ ਹੈ। ਸਾਡੇ ਅਫਸਰ ਸਾਹਿਬਾਨ, ਡੀਸੀ ਸਾਹਿਬਾਨ, BDO ਸਾਹਿਬਾ, ਇਸ ਤੋਂ ਇਲਾਵਾ ਤਹਿਸੀਲਦਾਰ ਸਾਹਿਬਾਨ, ਸਾਰਿਆਂ ਨੇ ਕਾਗਜ਼ਾਤ ਕੱਢੇ, ਬੜੀ ਮਿਹਨਤ ਕੀਤੀ ਬਿਨਾਂ ਕਿਸੇ ਲੜਾਈ ਝਗੜੇ ਤੋਂ। ਅੱਜ ਇੱਥੇ 2828 ਏਕੜ 2828 ਏਕੜ ਜ਼ਮੀਨ ਜਿਹੜੀ ਹੈ ਪੰਚਾਇਤ ਦੀ ਦੱਬੀ ਹੋਈ ਵੱਖ-ਵੱਖ ਰਸੂਖਦਾਰਾਂ ਵੱਲੋਂ, ਉਹ ਛੁਡਵਾਈ ਗਈ ਹੈ। ਮੈਂ ਇੱਕ ਵਾਰੀ ਫੇਰ ਕਹਿ ਦਿੰਦਾ, 2828 ਏਕੜਸ, ਜਿਹਦੇ ਵਿੱਚ ਖੈਰ ਦੀ ਲੱਕੜ ਵੀ ਹੈ ਪਹਾੜੀਆਂ 'ਚ ਲੱਗੀ ਹੋਈ, ਜਿਹਦੀ ਕੀਮਤ ਲਗਭਗ 50 ਕਰੋੜ ਹੈ ਲੱਕੜ ਦੀ। ਇਹਦੇ ਵਿੱਚੋਂ 2828 ਚੋਂ 250 ਏਕੜ ਮੈਦਾਨੀ ਹੈ ਬਿਲਕੁਲ, ਤੇ ਬਾਕੀ 2500 ਦੇ ਕਰੀਬ ਜਿਹੜੀ ਜ਼ਮੀਨ ਹੈ ਉਹ ਪਹਾੜੀ ਹੈ। 2828 ਏਕੜ ਜ਼ਮੀਨ ਛੁਡਾਈ ਗਈ ਹੈ। ਲਗਭਗ ਜੇ ਐਵਰੇਜ ਪਾ ਲਈਏ, 10 ਲੱਖ ਦੀ ਵੀ ਐਵਰੇਜ ਪਾ ਲਈਏ ਤਾਂ ਲਗਭਗ 300 ਕਰੋੜ ਤਾਂ ਜ਼ਮੀਨ ਦੀ ਵੈਲਿਊ ਹੈ, 50 ਕਰੋੜ ਹੋ ਗਈ ਖੈਰ ਦੀ ਲੱਕੜ ਦੀ ਵੈਲਿਊ। ਅੱਜ ਜਿੱਥੇ ਸਾਡਾ ਵਾਤਾਵਰਨ ਵਿਗੜ ਰਿਹਾ ਹੈ ਤੇ ਅਸੀਂ ਪਹਾੜਾਂ ਨੂੰ ਸੁੰਨੇ ਕਰ ਰਹੇ ਹਾਂ, ਰੋਡੇ ਕਰ ਰਹੇ ਹਾਂ, ਔਰ ਸਭ ਤੋਂ ਵੱਡੀ ਗੱਲ ਇਹ ਕਿ ਰੱਜੇ ਪੁੱਜੇ ਬੰਦੇ ਨੇ, ਕੋਈ ਇਹ 'ਚ ਆਬਾਦਕਾਰ ਨਹੀਂ ਹੈਗਾ, ਕੋਈ ਗਰੀਬ ਨਹੀਂ ਹੈਗਾ ਕਿ ਜਿਹਨੇ ਆਪਣੀ ਗੁਜ਼ਾਰੇ ਲਈ ਕੋਈ ਜ਼ਮੀਨ ਥੋੜ੍ਹੀ ਬਹੁਤ ਠੀਕ ਕਰ ਲਈ ਹੋਵੇ। ਇੱਥੇ ਇੱਕ ਬੰਦੇ ਦੀ 1100 ਏਕੜ ਹੈ। ਤੇ ਮੈਂ ਚਾਹੂੰਗਾ ਕਿ ਪੰਚਾਇਤ ਮੰਤਰੀ ਇਹ ਸਾਰੀ ਡਿਟੇਲ ਦੇਣ ਕਿ ਇਹਦੇ 'ਚ ਰਸੂਖਦਾਰ ਤੇ ਆਪਣੇ ਆਪ ਨੂੰ ਜਨਤਾ ਦੇ ਸੇਵਕ ਕਹਿਣ ਵਾਲੇ ਕਿੰਨੇ ਕੁ ਨੇ, ਸਾਰੀ ਡਿਟੇਲ ਦਿੰਦੇ ਹਾਂ। ਚੰਡੀਗੜ੍ਹ ਮੀਡੀਆ ਦਾ ਸਭ ਦਾ, ਮੋਹਾਲੀ ਤੋਂ ਆਲੇ ਦੁਆਲੇ ਤੋਂ ਜਿੰਨਾ ਮੀਡੀਆ ਹੈ ਸਭ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਬੜੀ ਖੁਸ਼ੀ ਆ ਕਿ ਜਿਹੜੀ ਮੁਹਿੰਮ ਆਪਾਂ 1 ਮਈ ਤੋਂ ਸ਼ੁਰੂ ਕੀਤੀ ਸੀਗੀ, ਇਸੇ ਏਰੀਏ ਤੋਂ ਸ਼ੁਰੂ ਕੀਤੀ, ਮਾਨ ਸਾਹਿਬ ਦੀ ਆਸ਼ੀਰਵਾਦ ਦੇ ਨਾਲ, ਸਾਡੇ ਮੁੱਖ ਮੰਤਰੀ ਜੀ ਦੀ ਆਸ਼ੀਰਵਾਦ ਦੇ ਨਾਲ ਉਹ ਸ਼ੁਰੂ ਕੀਤੀ। ਔਰ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਧਾਲੀਵਾਲ ਸਾਹਿਬ ਸਭ ਜ਼ਮੀਨਾਂ ਛਡਾਓ ਪੰਜਾਬ 'ਚ ਜਿੱਥੇ ਜਿੱਥੇ ਵੀ ਆ ਗਈਆਂ। ਸੋ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜ਼ਮੀਨ 2828 ਏਕੜ ਆਪਾਂ ਛਡਾਈ ਹੈ। ਅੱਜ ਤੱਕ ਜਿਹੜਾ ਸਾਡੀ 9053 ਏਕੜ ਟੋਟਲ ਜ਼ਮੀਨ ਹੋ ਜੂਗੀ ਜਿਹੜੀ ਅਸੀਂ ਛਡਾ ਕੇ ਆਪਣੇ ਮਹਿਕਮੇ ਨੂੰ ਤੇ ਸਰਕਾਰ ਨੂੰ ਜਿਹੜੀ ਦਿੱਤੀ ਹੈ। ਅੱਜ ਜਿਹੜੇ ਛੋਟੀ ਬੜੀ ਨੰਗਲ ਦੇ ਵਿੱਚ ਆਪਾਂ ਬੈਠੇ ਹਾਂ, ਮਾਨ ਸਾਹਿਬ ਨੇ ਜਿੱਦਾਂ ਦੱਸਿਆ ਕਿ ਪਹਾੜੀਆਂ ਦੇ ਦਿਲ ਦੇ ਵਿੱਚ, ਪਹਾੜੀਆਂ ਦੇ ਇਸ ਬਹੁਤ ਕੀਮਤੀ ਏਰੀਏ ਦੇ ਵਿੱਚ ਆਪਾਂ ਬੈਠੇ ਹਾਂ। ਜਿਹੜੇ ਲੋਕਾਂ ਨੇ ਜ਼ਮੀਨ ਕਬਜ਼ੇ ਤੇ ਕੀਤੀ ਸੀਗੀ, ਮੈਂ ਉਹਨਾਂ ਦੇ ਬਾਰੇ 'ਚ ਤੁਹਾਨੂੰ ਜਾਣਕਾਰੀ ਦੇਣ ਤੋਂ ਪਹਿਲਾਂ, ਜਿੱਦਾਂ ਮਾਨ ਸਾਹਿਬ ਨੇ ਕਿਹਾ, ਸਾਡੇ DC ਸਾਹਿਬ ਮੋਹਾਲੀ ਦੇ, ਸਾਡੇ SSP ਸਾਹਿਬ, ਸਾਡੇ ਪੰਚਾਇਤੀ ਰਾਜ ਮਹਿਕਮੇ ਦੇ ਡਾਇਰੈਕਟਰ ਸਾਹਿਬ,
ਸਾਡੇ ADC ਸਾਹਿਬ, ਸਾਡੀ BDO ਸਾਹਿਬ, ਸਾਡੇ DDPO ਸਾਹਿਬ, ਸਾਡੀ ਸਾਰੀ ਪੰਚਾਇਤ ਸੈਕਟਰੀ, ਸਾਡੇ ਤਹਿਸੀਲਦਾਰ ਸਾਹਿਬ ਜਿਨ੍ਹਾਂ ਨੇ ਮਿਹਨਤ ਕੀਤੀ ਹੈ। ਉਹ 2-3 ਦਿਨ ਪਹਿਲਾਂ ਹੀ ਆਪਾਂ ਨੇੜੇ ਇੱਥੇ ਸ਼ਿਸ਼ਵਾ ਫਾਰਮ, ਕੈਪਟਨ ਮਨਿੰਦਰ ਸਿੰਘ ਦੇ ਫਾਰਮ ਦੇ ਲਾਗੇ 125 ਏਕੜ ਚੜਾਇਆ ਸੀਗਾ। ਮੈਂ ਇਹਨਾਂ ਸਾਰੀ ਟੀਮ ਦਾ ਧੰਨਵਾਦ ਕਰਦਾ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਜ਼ਮੀਨ ਦੇ ਵਿੱਚ 16 ਬੰਦੇ ਸੀਗੇ। ਇੱਕ ਜਿਹੜਾ ਫੌਜਾ ਸਿੰਘ ਕੋਈ ਪ੍ਰਾਈਵੇਟ ਲਿਮਟਿਡ ਕੰਪਨੀ ਚੰਡੀਗੜ੍ਹ ਦੇ ਵਿੱਚ ਬਹੁਤ ਵੱਡੀ ਕੰਪਨੀ ਹੈ, ਇੰਫਰਾਸਟ੍ਰਕਚਰ ਕੰਪਨੀ। ਹਾਂ, ਇਹ ਬਹੁਤ ਵੱਡੀ ਕੰਪਨੀ ਆ। ਇਹਦਾ 1100 ਏਕੜ ਇਹਨਾਂ ਦੇ ਕੋਲ ਸੀਗਾ। ਇਮਾਨ ਸਿੰਘ ਪੁੱਤਰ ਸਿਮਰਜੀਤ ਸਿੰਘ ਮਾਨ, ਸਿਮਰਜੀਤ ਸਿੰਘ ਮਾਨ ਜਿਹੜੇ ਸਾਡੇ ਲੋਕ ਸਭਾ ਦੇ ਮੈਂਬਰ ਨੇ ਸੰਗਰੂਰ ਤੋਂ, ਜਿਹੜੇ ਮਤਲਬ ਬੜਾ ਪ੍ਰਚਾਰ ਕਰਦੇ ਆ ਸਿੱਖੀਜ਼ਮ ਦਾ ਵੱਖਰਾ। ਔਰ ਅੱਜ ਉਹਨਾਂ ਦੇ ਬੇਟੇ ਦੇ ਨਾਂ 125 ਏਕੜ ਜਿਹੜੀ ਜ਼ਮੀਨ ਉਹ ਨਿਕਲੀ ਹੈ। ਅਕਲ ਧਮਨ ਪੁੱਤਰ ਪ੍ਰਮੋਦ ਧਮਨ ਮਾਨ, ਧਮਨ ਮੈਸੇਜ ਗੁਰੂ ਨਾਨਕ ਦੇਵ ਐਜੂਕੇਸ਼ਨ ਐਂਡ ਚੈਰੀਟੇਬਲ ਸੁਸਾਇਟੀ, 103 ਏਕੜ ਇਹਨਾਂ ਦੇ ਨਾਂ ਜ਼ਮੀਨ ਜਿਹੜੀ ਨਿਕਲੀ ਆ। ਅੱਗੇ ਫੇਰ ਸੁਣਿਓ, ਪ੍ਰਭਦੀਪ ਸਿੰਘ ਸੰਧੂ ਪੁੱਤਰ ਗੁਰਦੀਪ ਸਿੰਘ ਸੰਧੂ ਅਤੇ ਗੋਬਿੰਦ ਸਿੰਘ ਸੰਧੂ ਪੁੱਤਰ ਪ੍ਰਭਦੀਪ ਸਿੰਘ ਸੰਧੂ, ਨਾਨਕੀ ਕੋਲ, ਇਹ ਪੁੱਤਰੀ ਸਿਮਰਜੀਤ ਸਿੰਘ ਮਾਨ ਦੇ ਧੀ ਜਵਾਈ ਨੇ। 28 ਏਕੜ ਉਹਨਾਂ ਕੋ ਨਿਕਲੀ ਆ। ਮਤਲਬ ਮਾਨ ਸਾਹਿਬ ਦੇ ਧੀ ਜਵਾਈ ਕੋ ਵੀ ਤੇ ਉਹਨਾਂ ਦੇ ਪੁੱਤਰ ਕੋ, ਦੋਵਾਂ ਨੇ ਇੱਥੇ ਜ਼ਮੀਨ ਜਿਹੜੀ ਦੱਬੀ ਸੀਗੀ। ਰਵਦੁਮਨ ਸਿੰਘ ਪੁੱਤਰ ਭੁਪਿੰਦਰ ਸਿੰਘ ਗਾਬਾ ਤੇ ਜਮਨਾ ਨਗਰ ਵਾਲੇ, 25 ਏਕੜ ਇਹਨਾਂ ਨੇ ਮਤਲਬ ਜ਼ਮੀਨ ਜਿਹੜੀ ਦੱਬੀ ਸੀਗੀ। ਨਵਦੀਪ ਕੌਰ ਪਤਨੀ ਰਣਜੀਤ ਸਿੰਘ, 15 ਏਕੜ ਜ਼ਮੀਨ ਇਹਨਾਂ ਨੇ ਦੱਬੀ ਸੀਗੀ। ਦੀਪਕ ਬਾਂਸਲ ਪੁੱਤਰ ਰੂਪਚੰਦ ਬਾਂਸਲ, 11 ਏਕੜ 12 ਏਕੜ ਜ਼ਮੀਨ ਇਹਨਾਂ ਨੇ ਦੱਬੀ ਸੀਗੀ। KF ਫਾਰਮਰ ਪ੍ਰਾਈਵੇਟ ਲਿਮਟਿਡ ਜਲੰਧਰ ਵਾਲੇ, 11 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ। ਤੇਜਵੀਰ ਸਿੰਘ ਢਿੱਲੋਂ ਪੁੱਤਰ ਜਿੰਦਰ ਸਿੰਘ, 10 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ। ਇੰਦਰਜੀਤ ਸਿੰਘ ਢਿੱਲੋਂ ਪੁੱਤਰ ਬਲਦੇਵ ਸਿੰਘ ਢਿੱਲੋਂ, 8 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ। ਦੀਪਿੰਦਰ ਪਾਲ ਚਾਲ ਪੁੱਤਰ ਬਲਦੇਵ ਸਿੰਘ, 8 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ। ਸੰਦੀਪ ਬਾਂਸਲ ਪੁੱਤਰ ਰੂਪਚੰਦ ਬਾਂਸਲ, 6 ਏਕੜ ਜ਼ਮੀਨ ਉਹਨਾਂ ਨੇ ਦੱਬੀ ਸੀਗੀ। ਔਰ ਹਰਮਨਦੀਪ ਸਿੰਘ ਧਾਲੀਵਾਲ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਜੀ ਦੇ ਬੇਟੇ ਆ, ਜਿਹੜੇ ਕੈਪਟਨ ਮਨਿੰਦਰ ਸਿੰਘ ਜੀ ਸੱਜੀ ਬਾਂਹ ਸੀਗੇ, 5 ਏਕੜ ਉਹਨਾਂ ਦੀ ਹੈ। ਔਰ ਮਨਜੀਤ ਸਿੰਘ ਧਨੋਵਾ, 5 ਏਕੜ ਉਹਨਾਂ ਦੀ ਹੈ। ਔਰ ਮਾਨ ਸਾਹਿਬ ਰੀਟਾ ਸ਼ਰਮਾ, 4 ਏਕੜ ਇਹਨਾਂ ਦੀ ਹੈ, ਜਿਹੜੀ PTC ਦੇ ਨਾਲ ਜਿਨ੍ਹਾਂ ਦੇ ਸੰਬੰਧ ਹੈ, PTC ਦੇ ਨਾਲ ਜਿਨ੍ਹਾਂ ਦਾ ਮਤਲਬ ਤਲਕ ਵਾਸਤਾ, ਉਹਨਾਂ ਨੇ 4 ਏਕੜ ਜ਼ਮੀਨ ਦੱਬੀ ਸੀਗੀ। 2828 ਏਕੜ ਜ਼ਮੀਨ ਦਾ ਅੱਜ ਸਾਡੀ ਟੀਮ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਕਬਜ਼ਾ ਲਿਆ। ਔਰ ਇਹ ਸਾਡੀ ਮੁਹਿੰਮ ਜਿਹੜੀ ਇਹ ਇਦਾਂ ਹੀ ਜਾਰੀ ਰਹੂਗੀ। ਮਾਨ ਸਾਹਿਬ ਦੀ ਆਸ਼ੀਰਵਾਦ ਆ, ਇਦਾਂ ਹੀ ਕੰਮ ਚੱਲਦਾ ਰਹੂ। ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਦੀ ਵੀ ਨਾ ਸਾਡੇ ਮਹਿਕਮੇ ਦੇ ਕੇ ਅਫਸਰ ਨੂੰ, ਨਾ ਮੈਨੂੰ ਕਦੀ ਕਾਲ ਕਰਕੇ ਨਹੀਂ ਕਿਹਾ ਕਿ ਧਾਲੀਆ ਸਾਹਿਬ ਇੱਥੇ ਨਾ ਜਾਇਓ, ਇੱਥੇ ਨਾ ਜਾਇਓ। ਬਸ ਇਹਨਾਂ ਨੇ ਇੱਕੋ ਗੱਲ ਕਹੀ ਸੀ ਕਿ ਧਾਲੀਆ ਸਾਹਿਬ ਕਿਸੇ ਗਰੀਬ ਦਾ ਘਰ ਨਹੀਂ ਢਾਉਣਾ, ਕਿ ਗਰੀਬ ਕਿਸਾਨ ਦਾ 1 ਏਕੜ ਵਾਲੇ ਦਾ, 2 ਏਕੜ ਵਾਲੇ ਦਾ, ਉਹਨੂੰ ਤੰਗ ਨਹੀਂ ਕਰਨਾ ਜਿਨ੍ਹਾਂ ਨੇ ਆਬਾਦ ਕਰਕੇ ਜ਼ਮੀਨ ਜਿਹੜੀ ਦੱਬੀ ਹੈ। ਅਸੀਂ ਕਿਸੇ ਨੂੰ ਤੰਗ ਨਹੀਂ ਕੀਤਾ। ਸੋ ਅੱਜ ਅਸੀਂ 9053 ਏਕੜ ਜ਼ਮੀਨ ਅੱਜ ਦੀ ਡੇਟ ਸਾਡੀ ਪੂਰੀ ਹੋ ਗਈ। ਔਰ ਮੈਂ ਮਾਨ ਸਾਹਿਬ ਦਾ ਬਹੁਤ ਧੰਨਵਾਦ ਹੈ। ਜਿੱਦਣ ਉੱਥੇ ਗਏ ਸੀ ਪਹਿਲੇ ਦਿਨ, ਉਦੋਂ ਇਹਨਾਂ ਕੋਲ ਘਰੋਂ ਆਸ਼ੀਰਵਾਦ ਲੈ ਕੇ ਗਏ ਸੀਗੇ। ਅੱਜ ਇੱਥੇ ਇਹਨਾਂ ਨੂੰ ਨਾਲ ਲੈ ਕੇ ਆ। ਮੈਂ ਕਿਹਾ ਮਾਨ ਸਾਹਿਬ ਆਓ, ਵੇਖੋ ਤੁਹਾਡੀ ਟੀਮ ਨੇ, ਤੁਹਾਡੇ ਅਫਸਰਾਂ ਨੇ ਇੱਕ ਵੱਡੀ ਪ੍ਰਾਪਤੀ ਕੀਤੀ, ਤੁਸੀਂ ਖੁਦ ਉੱਥੇ ਚੱਲ ਕੇ ਆਓ। ਸੋ ਇਹਨਾਂ ਨੇ ਸਾਡੀ ਬੇਨਤੀ ਮੰਨ ਕੇ ਆਪ ਅੱਜ ਇੱਥੇ ਆਏ ਆ। ਔਰ ਇਹਨਾਂ ਦੇ ਆਉਣ ਨਾਲ ਇਹ ਮੁਹਿੰਮ ਜਿਹੜੀ ਹੋਰ ਤੇਜ਼ ਹੋਊਗੀ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਮਾਨ ਸਾਹਿਬ ਅਜੇ ਹੋਰ ਤੁਹਾਡੇ ਨਾਲ ਗੱਲ ਕਰਨਗੇ। ਸਰ ਇੱਕ ਮੈਂ ਉਹ ਕਹਿੰਦਾ ਕਿ ਫੌਜਾ ਸਿੰਘ ਜਿਹੜੇ ਨੇ ਉਹਨਾਂ ਦਾ ਨਾਮ ਕਿਸੇ ਪੋਲੀਟੀਕਲ ਬੰਦੇ ਦੇ ਨਾਲ ਜੁੜਦਾ, ਇਹ ਤਾਂ ਇਨਕੁਆਇਰੀ ਦਾ ਵਿਸ਼ਾ ਜੀ। ਇਨਕੁਆਇਰੀ ਇਨਕੁਆਇਰੀ ਕਰਾਂਗੇ। ਜ਼ਮੀਨਾਂ ਦਾ ਕੀ ਕਰੋਗੇ ਤੁਸੀਂ? ਜਿਹੜੇ ਇਹ ਅਸੀਂ 2-2 ਕਿੱਲੇ ਆ, 3-3 ਕਿੱਲੇ ਵੀ ਸਾਡੀ ਰੋਟੀ ਇਹੀ ਹੈ ਵੀ ਜਿਹੜੀ ਸਾਤੋਂ ਛਡਾਈ ਜਾ ਰਹੀ। ਆਬਾਦਕਾਰ ਜਿਹੜੇ ਨੇ ਨਾ, ਜਿਨ੍ਹਾਂ ਨੇ ਆਬਾਦ ਕੀਤੀ ਹੈ, ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਰਹੇ, ਬਲਕਿ ਉਹਨਾਂ ਨੂੰ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਆਪਦੇ ਨਾਮ ਕਰਵਾ ਲਓ ਮਲਕੀਅਤ, ਥੋੜੇ ਬਹੁਤ ਪੈਸੇ ਦੇ ਕੇ। ਤੁਸੀਂ ਕਿਉਂ ਤੁਹਾਡੀਆਂ ਗਰਦੌਰੀਆਂ ਜਾਂ ਇੰਤਕਾਲ ਤੁਹਾਡੇ ਨਾਮ ਨਹੀਂ ਹੈਗੇ? ਉਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਆਫਰ ਵੀ ਦਿੱਤੀ ਹੋਈ ਹੈ, ਉਹਨਾਂ ਕੋਲ ਹੀ ਆ ਉਹ। ਨਾ ਹੀ ਕਿਸੇ ਗਰੀਬ ਦਾ ਘਰ, ਨਾ ਹੀ ਕਿਸੇ ਛੋਟੇ ਕਿਸਾਨ ਨੂੰ ਅਸੀਂ ਤੰਗ ਕਰ ਰਹੇ ਹਾਂ। ਹੁਣ ਜਿਨ੍ਹਾਂ ਕੋਲ 1100 ਏਕੜ ਹੈ, 125 ਏਕੜ ਹੈ, ਤੇ ਨਾਲ ਉਹਨਾਂ ਦੇ ਬਾਪੂਆਂ ਦੇ ਜਦੋਂ ਨਾਮ ਲੈਂਦੇ ਆ ਤਾਂ ਉਹ ਬਹੁਤ ਵੱਡੇ ਵੱਡੇ ਨਾਮ ਨੇ, ਉਹਨਾਂ ਨੂੰ ਤਾਂ ਬਖਸ਼ਿਆ ਨਹੀਂ ਜਾ ਸਕਦਾ। ਸੋ ਮੈਂ ਹੁਣ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ 9053 ਏਕੜ ਹੁਣ ਤੱਕ ਹੋ ਚੁੱਕੀ ਹੈ, ਜਿਹੜੀ ਕਿ ਇੱਧਰ ਉੱਧਰ ਹੈਗੀ ਸੀ ਤੇ ਉਹ ਸਰਕਾਰ ਦੇ ਖਾਤੇ 'ਚ ਆ ਗਈ। ਔਰ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਪੰਜਾਬ ਦੇ ਵਿੱਚ ਖੇਤੀਯੋਗ ਹੈ। ਇਹ ਲੱਕੜ ਦਾ ਜਿਹੜਾ
ਇਹਨੂੰ ਅਸੀਂ ਕੀ ਕਰਨਾ ਇਸ ਲੱਕੜ ਦਾ ਪੰਚਾਇਤ ਦੇ ਹਵਾਲੇ ਹੋ ਜੂਗੀ ਇਹ ਜ਼ਮੀਨ। ਹੁਣ ਪੰਚਾਇਤ ਹੋਰ ਲੱਕੜ ਲਾਉਣਾ ਚਾਹੁੰਦੀ ਹੈ ਜਾਂ ਪੰਚਾਇਤ ਇਸ ਲੱਕੜ ਨੂੰ ਪਰਮਿਸ਼ਨ ਲੈ ਕੇ ਵੇਚ ਕੇ ਹੋਰ ਦੁਬਾਰਾ ਕੋਈ ਜਿਹੜੇ ਬੂਟੇ ਨੇ ਜਾਂ ਫਲਦਾਰ ਦਰਖਤ ਲਾਉਣੇ ਚਾਹੁੰਦੇ ਨੇ, ਉਹ ਅਸੀਂ ਪਾਲਿਸੀ ਬਣਾਵਾਂਗੇ ਕਿ ਇਹਨਾਂ ਜ਼ਮੀਨਾਂ ਦਾ ਜਿਹੜਾ ਉਹਦੇ 'ਚ ਕਿੰਨੇ 'ਚ ਦਰਖਤ ਲਾਉਣੇ ਨੇ, ਅਸੀਂ ਫੋਰੈਸਟ ਏਰੀਆ ਵਧਾਉਣਾ ਚਾਹੁੰਦੇ ਹਾਂ, ਕਿੰਨਿਆਂ ਦੇ ਵਿੱਚ ਅਸੀਂ ਕਿ ਕੋਈ ਹੋਰ ਕਿਸਮ ਦੀ ਖੇਤੀ ਜਿਹੜੀ ਹੈ ਨਮੂਨੇ ਦੇ ਤੌਰ ਤੇ ਸੈਂਪਲ ਦੇ ਤੌਰ ਤੇ ਅਸੀਂ ਕਰਕੇ ਦਿਖਾਈਏ ਤਾਂ ਕਿ ਪੰਜਾਬ ਜਿਹੜਾ ਝੋਨੇ ਦੀ ਤੇ ਕਣਕ ਦੀ ਜਿਹੜਾ ਗੇੜ ਚੋਂ ਬਾਹਰ ਨਿਕਲ ਸਕੇ। ਮਾਨ ਸਾਹਿਬ ਜਿਹੜੇ ਲੋਕਾਂ ਨੇ ਵੱਡੇ ਤੁਸੀਂ ਕਹਿ ਰਹੇ ਹੋ ਕਿ 1100 ਏਕੜ 125 ਏਕੜ ਉਹ ਲੋਕਾਂ ਦੇ ਨਾਲ ਕੁਝ ਅਫਸਰ ਵੀ ਸ਼ਾਮਲ ਰਹੇ ਹੋਣਗੇ ਜਦੋਂ ਇਹ ਜ਼ਮੀਨਾਂ ਦੱਬੀਆਂ ਗਈਆਂ ਨੇ, ਉਹਨਾਂ ਤੇ ਵੀ ਕਾਰਵਾਈ ਹੋਊਗੀ? ਸਭ ਕੁਝ ਹੋਊਗਾ ਜੀ। ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਹਜੇ ਜੜ੍ਹਾਂ 'ਚ ਜਾ ਲੈਣ ਦਿਓ। ਤਣੇ ਜਿਹੜੇ ਨੇ ਉਹ ਬਹੁਤ ਡੂੰਘੇ ਨੇ, ਤਣੇ ਇੱਧਰ ਉੱਧਰ ਜਾਣਗੇ। ਸੋ ਤੁਸੀਂ ਵੀ, ਮੈਂ ਸਾਰੇ ਮੀਡੀਆ ਨੂੰ ਕਹਿਣਾ, ਇੱਧਰਲੇ ਇਲਾਕੇ 'ਚ ਆਉਣ ਦੀ ਆਦਤ ਪਾ ਲਓ, ਤੁਹਾਨੂੰ ਬਾਰ-ਬਾਰ ਇੱਥੇ ਆਉਣਾ ਪਿਆ ਕਰੂਗਾ। ਬਹੁਤ ਬਹੁਤ